ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇ ਸਾਡੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਇਆਂ। ਧੰਨਵਾਦ ਜੀ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧਾਲੀਵਾਲ ਸਾਹਿਬ, ਚੱਲਦੇ ਅੰਦੋਲਨ ਦੇ ਦੌਰਾਨ ਜੋ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਸੀ, ਪਹਿਲਾਂ ਜੋ ਐਕਸੀਡੈਂਟ ਦੇ ਨਾਲ ਜੋੜੀ ਜਾ ਰਹੀ ਸੀ, ਹੁਣ SIT ਵੱਲੋਂ ਖੁਲਾਸਾ ਕੀਤਾ ਗਿਆ ਕਿ ਇਹ ਸਭ ਜਾਣ ਬੁੱਝ ਕੇ ਕੀਤਾ ਗਿਆ ਸੀ ਤੇ ਆਸ਼ੀਸ਼ ਮਿਸ਼ਰਾ ਨੇ ਜੋ ਉਹਨਾਂ ਤੋਂ ਕਤਲ ਕੇਸ ਦੀਆਂ ਧਾਰਾਵਾਂ ਦਰਜ ਹੋ ਗਈਆਂ ਨੇ। ਦੇਖੋ, ਆਮ ਲੋਕਾਂ ਨੂੰ ਇੱਕ ਕਿਤੇ ਨਾ ਕਿਤੇ ਸ਼ੰਕਾ ਸੀ। ਉਹ ਕਿਸਾਨੀ ਅੰਦੋਲਨ ਦੀ ਲੀਡਰਸ਼ਿਪ ਤੇ ਸਵਾਲ ਵੀ ਚੁੱਕਦੇ ਸੀ ਇਹ ਗੱਲ ਦਾ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਦੇ ਉੱਤੇ ਹਲਕਾ ਜਿਹਾ ਸਮਝੌਤਾ ਕਰ ਲਿਆ ਤੇ ਸਰਕਾਰ ਨੂੰ ਇੱਕ ਰਾਹਤ ਦੇਤੀ, ਜਦੋਂ ਕਿ ਬਣਦਾ ਇਹ ਸੀ ਕਿ ਉਸ ਤੇ ਕਿਸਾਨ ਤਕੜੇ ਹੋ ਕੇ ਇਹ ਮੰਗ ਕਰਦੇ ਕਿ ਮੰਤਰੀ ਅਸਤੀਫਾ ਦੇਵੇ। ਤੁਹਾਡੇ ਯਾਦ ਹੋਵੇ ਇਹ ਗੱਲ ਆਪਾਂ ਪਹਿਲਾਂ ਵੀ ਕਹੀ ਸੀ। ਮੈਂ ਇੱਕ ਇੰਟਰਵਿਊ ਦੇ ਵਿੱਚ ਤੁਹਾਨੂੰ ਵੀ ਇਹ ਗੱਲ ਕਹੀ ਸੀ ਕਿ ਮੈਨੂੰ ਇੱਕ ਅੰਦਾਜ਼ਾ ਹੈ ਕਿ ਜਿਸ ਕਿਸਮ ਨਾਲ ਸਿੱਟ ਦੀ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਚੱਲ ਰਹੀ ਹੈ, ਉਹ ਜਾਂਚ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਦੇ ਆਰਡਰਾਂ ਤੇ ਚੱਲੀ ਸੀ। ਫਿਰ ਸੁਪਰੀਮ ਕੋਰਟ ਨੇ ਯੂਪੀ ਦੀ ਹਾਈ ਕੋਰਟ ਤੋਂ ਬਾਹਰ ਦੇ ਕਿਸੇ ਰਿਟਾਇਰਡ ਜੱਜ ਨੂੰ ਉਹਨੂੰ ਮੋਨੀਟਰ ਕਰਨ ਤੇ ਲਾਇਆ ਸੀ। ਉਹ ਕੋਈ ਜੱਜ ਸਾਹਿਬ ਜਸਟਿਸ ਜੈਨ ਸੀਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਤੇ ਨਾਲ ਉਹਨਾਂ ਨੇ ਕੰਡੀਸ਼ਨ ਲਾਈ ਸੀ ਕਿ IPS ਆਫੀਸਰ ਜਿਹੜੇ ਭਾਵੇਂ ਉਹ ਯੂਪੀ ਕਾਡਰ ਦੇ ਹੋਣ ਜਾਂ ਕਿਸੇ ਬਾਹਰਲੇ ਕਾਡਰ ਦੇ ਹੋਣ, ਪਰੰਤੂ ਇਹ ਨਿਸ਼ਚਿਤ ਕੀਤਾ ਜਾਵੇ ਕਿ ਉਹਨਾਂ ਤੇ ਯੂਪੀ ਸਰਕਾਰ ਦਾ ਸਿੱਧਾ ਪ੍ਰਭਾਵ ਨਾ ਹੋਵੇ। ਇਸ ਕਰਕੇ ਵੱਖ-ਵੱਖ ਸਟੇਟਾਂ ਤੋਂ ਜਿਹੜੇ IPS ਆਫੀਸਰ ਲਗਾਏ ਗਏ ਤੇ ਉਹਦੇ ਵਿੱਚ ਕਿਸਾਨਾਂ ਨੂੰ ਤੇ ਆਮ ਜਿਹੜੇ ਥੋੜੇ ਜਿਹੇ ਅਵੇਕਨਿੰਗ ਚੇਤਨ ਲੋਕ ਸੀ, ਉਹਨਾਂ ਨੂੰ ਇਹ ਉਮੀਦ ਜ਼ਰੂਰ ਸੀ ਕਿ ਇਹ ਜਿਹੜੀ ਜਾਂਚ ਹੈ, ਔਰ ਜਿਸ ਕਿਸਮ ਨਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਉਹਦੇ ਸਬੂਤ ਆਏ ਨੇ ਕਿ ਇਹ ਜਿਹੜੀ ਜਾਂਚ ਹੈ, ਇਹਦੇ ਘੇਰੇ 'ਚ ਮੰਤਰੀ ਦਾ ਪੁੱਤਰ ਜਾਂ ਮੰਤਰੀ ਕਿਤੇ ਨਾ ਕਿਤੇ ਜ਼ਰੂਰ ਫਸਦੇ ਦਿਖਾਈ ਦੇ ਰਹੇ ਨੇ। ਨਿਰਾਪੁਰਾ ਜਾਂਚ ਤੇ ਉੱਦਾਂ ਹੀ ਮਿੱਟੀ ਪਾ ਦਿੱਤੀ ਜਾਵੇ ਉਹ ਗੱਲ ਵੱਖਰੀ ਹੈ, ਪਰੰਤੂ ਇਹ ਸੀ ਕਿ ਜਾਂਚ ਠੀਕ ਡਾਇਰੈਕਸ਼ਨ 'ਚ ਚੱਲ ਰਹੀ ਹੈ। ਉਹ ਮੈਂ ਤੁਹਾਨੂੰ ਯਾਦ ਹੋਵੇ ਜੇ ਤੁਹਾਨੂੰ, ਮੈਂ ਉਸ ਦਿਨ ਇਹ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਇਸ ਮੁੱਦੇ ਤੇ ਬਹੁਤਾ ਜ਼ੋਰ ਦੇ ਬਿਨਾਂ ਹੀ ਮਸਲਾ ਹੈ ਜਿਹੜਾ ਉਹ ਠੀਕ ਡਾਇਰੈਕਸ਼ਨ 'ਚ ਜਾ ਰਿਹਾ ਹੈ। ਇਹ 'ਚ ਦੇਰੀ ਹੋ ਸਕਦੀ ਸੀ, ਪਰੰਤੂ ਸਿੱਟ ਨੇ ਤੇ ਸੁਪਰੀਮ ਕੋਰਟ ਨੇ ਦਖਲ ਦੇ ਕੇ ਬੜੀ ਠੀਕ ਸਮੇਂ ਤੇ ਇਹਦੀ ਜਾਂਚ ਦੀ ਰਿਪੋਰਟ ਲੈ ਲਈ ਹੈ, ਔਰ ਉਹ ਜਾਂਚ ਦੀ ਰਿਪੋਰਟ ਜਿਹੜੀ ਆਈ ਹੈ ਉਹ ਬਿਲਕੁਲ ਉਸ ਤਰ੍ਹਾਂ ਹੀ ਆਈ ਹੈ ਜਿਸ ਤਰ੍ਹਾਂ ਘਟਨਾਵਾਂ ਹੋਈਆਂ, ਜਿਸ ਤਰ੍ਹਾਂ ਆਸ ਸੀ। ਆਸ ਤੋਂ ਭਾਵ ਮਿਲਿਆ ਹੈ ਵੀ ਮਤਲਬ ਨਿਆਂਪੂਰਵਕ ਹੈ, ਤੇ ਉਸ ਦੇ ਵਿੱਚ ਉਹਨਾਂ ਨੇ ਇੰਨਾ ਸਪਸ਼ਟ ਕਰ ਦਿੱਤਾ ਹੈ, ਕਿਉਂਕਿ ਇੱਕ ਦੋਸ਼ ਲੱਗਦਾ ਸੀ ਕਿ ਯੂਪੀ ਸਰਕਾਰ ਤੇ ਕੇਂਦਰ ਸਰਕਾਰ BJP ਦੀਆਂ ਦੋਵੇਂ ਸਰਕਾਰਾਂ ਉੱਥੇ ਮੰਤਰੀ ਤੇ ਮੰਤਰੀ ਦੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਨਿਆਂ ਤੋਂ ਦੂਰ ਜਾ ਰਹੀਆਂ ਨੇ। ਸੋ ਉਹਦੇ ਵਿੱਚ ਨੈਤਿਕ ਤੌਰ ਤੇ ਮੰਤਰੀ ਨੇ ਮੁੱਢਲੇ ਸਮੇਂ ਵਿੱਚ ਵੀ ਇਹ ਕਿਹਾ ਸੀ ਕਿ ਜੇ ਮੇਰੇ ਤੇ ਦੋਸ਼ ਸਾਬਤ ਹੋ ਗਿਆ ਤਾਂ ਮੈਂ ਅਸਤੀਫਾ ਤਾਂ ਕੀ ਰਾਜਨੀਤੀ ਛੱਡ ਦੇਵਾਂਗਾ। ਭਾਵੇਂ ਇਹ ਉਹਨੇ ਦਮਗਜਾ ਮਾਰਿਆ ਸੀ, ਪਰੰਤੂ ਹੁਣ ਇਹ ਗੱਲ ਸਾਫ਼ ਹੋ ਗਈ ਹੈ, ਔਰ ਕਿਸਾਨਾਂ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਬਹੁਤ ਹੀ ਸਿਆਣਪ ਦਿਖਾਉਂਦੇ ਹੋਏ ਇਸ ਮੁੱਦੇ ਨੂੰ ਬਹੁਤਾ ਉਛਾਲਿਆ ਨਹੀਂ, ਤੇ ਸਰਕਾਰ ਨੂੰ ਇਹ ਲੱਗ ਰਿਹਾ ਸੀ ਸ਼ਾਇਦ ਕਿ ਇਸ ਮੁੱਦੇ ਤੋਂ ਅਸੀਂ ਬਚ ਜਾਵਾਂਗੇ। ਪਰ ਨੈਤਿਕ ਤੌਰ ਤੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਸਰਕਾਰ ਹੈ ਜਿਹੜੀ ਉਹ ਬਹੁਤ ਬੁਰੀ ਤਰ੍ਹਾਂ ਫਸ ਗਈ ਹੈ। ਰਾਹੁਲ ਗਾਂਧੀ ਜੀ ਨੇ ਇਹ ਮੁੱਦਾ ਉਠਾ ਵੀ ਦਿੱਤਾ ਹੈ, ਕਿਉਂਕਿ ਆਪੋਜੀਸ਼ਨ ਤਾਂ ਸਮਾਂ ਲੱਭਦੀ ਹੈ। ਇਲੈਕਸ਼ਨਾਂ ਦੇ ਦਿਨਾਂ 'ਚ ਹੋਰ ਵੀ ਜ਼ਿਆਦਾ ਮੈਨੂੰ ਇਹ ਲੱਗਦਾ ਪੂਰੀ ਦੀ ਪੂਰੀ ਆਪੋਜੀਸ਼ਨ ਇਸ ਮੁੱਦੇ ਤੇ ਕਿਤੇ ਨਾ ਕਿਤੇ ਰੌਲਾ ਪਾਉਣਾ ਉਹਨਾਂ ਨੂੰ ਚਾਹੀਦਾ ਹੈ। ਮੈਂ ਤਾਂ ਇਹ ਕਹੂੰਗਾ ਕਿ ਉਹਨਾਂ ਨੂੰ ਪਾਰਲੀਮੈਂਟ ਬੰਦ ਕਰ ਦੇਣੀ ਚਾਹੀਦੀ ਹੈ ਇਸ ਮੁੱਦੇ ਤੇ। ਵੀ ਪਹਿਲਾਂ ਵੀ ਤੁਸੀਂ ਦੇਖਿਆ ਬਹੁਤ ਵਾਰੀ ਇੱਦਾਂ ਹੋਇਆ ਕਿ ਕਿਸੇ ਮੰਤਰੀ ਦੇ ਅਸਤੀਫੇ ਤੋਂ ਬਿਨਾਂ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਵਿਰੋਧੀ ਧਿਰਾਂ ਨੇ। ਜਦੋਂ ਤੁਹਾਡੇ ਯਾਦ ਹੋਵੇ ਉਹ ਕੰਨੀ ਮੋਜੀ ਜਾਂ ਉਹਨਾਂ ਦੇ ਅਸਤੀਫਿਆਂ ਦੀ ਗੱਲ ਸੀ। ਔਰ ਮੈਨੂੰ ਇਹ ਲੱਗਦਾ ਅੱਛਾ ਜੇ ਨਹੀਂ ਵੀ ਇਹ ਗੱਲ ਹੁੰਦੀ ਤਾਂ BJP ਨੂੰ ਵੀ ਹੁਣ ਮਤਲਬ ਨੈਤਿਕ ਤੌਰ ਤੇ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਊਗਾ ਕਿ ਜਦੋਂ ਤੁਸੀਂ ਪਾਰਲੀਮੈਂਟ ਬੰਦ ਕਰ ਸਕਦੇ ਹੋ, ਤੁਹਾਡੀ ਡਿਊਟੀ ਬਣਦੀ ਹੈ ਕਿ ਇਹੋ ਜਿਹੇ ਮੌਕੇ ਤੇ ਆ ਕੇ ਤੁਸੀਂ ਨੈਤਿਕਤਾ ਦਿਖਾਉਂਦੇ ਹੋਏ
ਉਹ ਕਹੂੰ। ਔਰ ਸੋਸ਼ਲ ਮੀਡੀਆ ਤੇ ਕਈ ਸਾਰੇ ਪੱਤਰਕਾਰਾਂ ਨੇ ਤਾਂ ਬਹੁਤ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਮੋਦੀ ਜੀ ਨੂੰ ਕੰਨ ਫੜ ਕੇ ਮੰਤਰੀ ਨੂੰ ਬਾਹਰ ਕਰ ਦੇਣਾ ਚਾਹੀਦਾ ਜੇਕਰ ਅਸਤੀਫਾ ਨਹੀਂ ਦਿੰਦੇ ਮੰਤਰੀ ਨੂੰ ਆਪ। ਔਰ ਦੂਸਰੀ ਗੱਲ, ਜਿਉਂ ਹੀ ਇਹ ਕੱਲ ਜਾਂਚ ਦੀ ਰਿਪੋਰਟ ਆਈ ਹੈ, ਮੰਤਰੀ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਮੈਂ ਪ੍ਰਭਾਵ ਨਹੀਂ ਪਾ ਰਿਹਾ। ਮੰਤਰੀ ਤੁਰੰਤ ਆਪਣੇ ਬੇਟੇ ਨੂੰ ਤੇ ਉਹਦੇ ਦੋਸਤਾਂ ਨੂੰ ਜਿਹੜੇ ਪੁਲਿਸ ਕਸਟਡੀ 'ਚ ਨੇ, ਜਿਹੜੇ ਮਾਨਯੋਗ ਮੰਤਰੀ ਸਟੇਟ ਮੰਤਰੀ ਗ੍ਰਹਿ ਵਿਭਾਗ ਦੇ ਨੇ, ਇਹ ਲੜਕੇ ਦੇ ਪਿਤਾ ਮਿਸ਼ਰਾ ਜੀ ਦੇ, ਉਹ ਜੇਲ੍ਹ 'ਚ ਮਿਲਣ ਗਏ ਨੇ। ਸੋ ਇਸ ਕਰਕੇ ਇਹ ਸਾਰਾ ਕੁਝ ਦਿਖਾਉਣਾ ਇੱਦਾਂ ਮੈਨੂੰ ਲੱਗਦਾ ਨੈਤਿਕ ਤੌਰ ਤੇ ਬਹੁਤ ਗਲਤ ਹੈ। ਸਿਆਸਤ ਹੈ ਜਿਹੜੀ ਜਾਂ ਰਾਜਨੀਤੀ ਹੈ, ਜੇ ਭਾਵੇਂ ਅਸੀਂ ਕਹਿੰਦੇ ਹਾਂ ਕਿ ਨੈਤਿਕਤਾ 'ਚ ਗਿਰਾਵਟ ਆਈ ਹੈ, ਪਰ ਜੇ ਉਹ ਸਾਰੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਕਿ ਨੈਤਿਕਤਾ ਨਾਂ ਦੀ ਕੋਈ ਚੀਜ਼ ਹੀ ਨਹੀਂ, ਮੈਨੂੰ ਨਹੀਂ ਲੱਗਦਾ ਸਿਆਸਤ ਦੇ ਵਿੱਚ ਇਸ ਤੋਂ ਮਾੜੀ ਕੋਈ ਗੱਲ ਹੋ ਸਕਦੀ ਹੈ। ਸੋ ਇਹ ਬਹੁਤ ਹੀ ਸਮੇਂ ਸਿਰ ਤੇ ਸਹੀ ਰਿਪੋਰਟ ਆਈ ਹੈ। ਇਸ ਰਿਪੋਰਟ ਤੇ ਜੇ ਆਪਾਂ ਥੋੜੀ ਜਿਹੀ ਹੋਰ ਗੱਲ ਕਰੀਏ, ਉਹਦੇ ਵਿੱਚ ਇਹ ਹੈ ਕਿ ਪਹਿਲਾਂ ਇਹਨਾਂ ਨੇ ਕੀ ਕੀਤਾ ਸੀ, ਇੱਕ ਧਾਰਾ ਬਣਾਈ ਸੀ ਜਿਹਨੂੰ ਅਸੀਂ 304 ਕਹਿੰਦੇ ਹਾਂ। 304 ਹੁੰਦਾ ਹੈ ਕਿ ਐਕਸੀਡੈਂਟਲ, ਕਿ ਕੋਈ ਉਹਦੇ ਪਿੱਛੇ ਉਸ ਵਿਅਕਤੀ ਦੀ ਜਾਤੀ ਤੌਰ ਤੇ ਇਹ ਯਤਨ ਨਹੀਂ ਸੀ ਕਿ ਮੈਂ ਇਹਨੂੰ ਮਾਰਨਾ ਹੈ ਜਾਂ ਇਹਨੂੰ ਹਾਰਮ ਕਰਨਾ ਹੈ, ਪਰੰਤੂ ਅਚਨਚੇਤ ਐਕਸੀਡੈਂਟ ਹੋਇਆ, ਉਹ 'ਚ ਉਹਨੂੰ ਨੁਕਸਾਨ ਵੱਡਾ ਹੋ ਗਿਆ। ਪਰੰਤੂ ਹੁਣ ਉਹਨਾਂ ਨੇ ਬਿਲਕੁਲ ਕੱਟ ਕੇ ਵੀ ਨਹੀਂ 304 ਨਹੀਂ ਹੈ, ਇਹ ਬਿਲਕੁਲ ਹੀ ਪੂਰੇ ਨਿਯੋਜਿਤ ਤਰੀਕੇ ਨਾਲ ਪਹਿਲਾਂ ਮਥੇ ਹੋਏ ਤਰੀਕੇ ਨਾਲ ਇਹ ਜਿਹੜੇ ਮਰਡਰ ਹੋਇਆ, ਮਰਡਰ ਸ਼ਬਦ ਹੈ ਉਹਦੇ ਵਿੱਚ ਇਹੀ ਇਸੇ ਕਰਕੇ ਉਹ 307 ਵੀ ਲੱਗੀ ਹੈ। 307 ਹੁੰਦੀ ਹੈ ਕਿ ਉਹਨਾਂ ਨੇ ਮਾਰਨ ਦਾ ਯਤਨ ਕੀਤਾ, ਤੇ 302 ਵੀ ਲੱਗੀ ਹੈ ਜਿਹਦੇ ਤਹਿਤ ਹੈ ਕਿ ਮੌਤ ਹੋਈ। ਬਿਲਕੁਲ। ਔਰ ਇਸ ਤੋਂ ਬਿਨਾਂ ਕੰਸਪੀਰੇਸੀ ਨਾਲ ਹੋਈ 120 ਵੀ ਜੀ ਕਹਿੰਦੇ ਆ ਕਿ ਉਹਦੇ ਵਿੱਚ ਉਸ ਧਾਰਾ ਦੇ ਤਹਿਤ ਇਹ ਹੈ ਕਿ ਉਹ ਤੇ ਉਹਦੇ ਦੋਸਤਾਂ ਨੇ ਪਹਿਲਾਂ ਛੜਯੰਤਰ ਕਰਕੇ ਕਿ ਇਹ ਆਹ ਕੰਮ ਕਰਨਾ ਹੈ ਸਾਰਾ, ਉਹ ਵਿਧੀਪੂਰਵਕ ਤਰੀਕੇ ਨਾਲ, ਵਿਧੀਪੂਰਵਕ ਤਾਂ ਚਲੋ ਨਹੀਂ ਕਹਿ ਸਕਦੇ, ਉਹਨੂੰ ਲਾ ਵਾਲੇ ਤਰੀਕੇ ਨੂੰ ਕਹਿੰਦੇ ਨੇ ਵਿਧੀਪੂਰਵਕ, ਮਤਲਬ ਨਿਯੋਜਿਤ ਯੋਜਨਾਬੱਧ ਤਰੀਕੇ ਨਾਲ ਇਹ ਸਾਰੀ ਘਟਨਾ ਨੂੰ ਰੂਪ ਦਿੱਤਾ ਗਿਆ। ਇਹ ਸਿੱਟ ਦੀ ਰਿਪੋਰਟ, ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਨੈਤਿਕ ਤੌਰ ਤੇ ਚੰਗਾ ਹੁੰਦਾ ਜੇ ਮੰਤਰੀ ਜੀ ਆਪਣੇ ਆਪ ਆਫਰ ਕਰਦੇ ਕਿ ਮੈਂ ਉਨੀ ਦੇਰ ਮਿਨਿਸਟਰੀ ਛੱਡਦਾ। ਹਾਂ, ਆਹੀ ਸਵਾਲ ਮੇਰਾ ਅਗਲਾ ਸੀ ਕਿ ਹੁਣ ਦੇਖੋ ਦੋਸ਼ ਵੀ ਸਾਬਤ ਹੋ ਗਏ ਤਾਂ ਫਿਰ ਕੁਰਸੀ ਤੇ ਬਣੇ ਰਹਿਣਾ ਧਾਲੀਵਾਲ ਸਾਹਿਬ ਕਿੱਥੋਂ ਤੱਕ ਜਾਏ ਜੀ? ਦੇਖੋ, ਜਿਹੜੀ ਮੈਂ ਗੱਲ ਕਹਿੰਦਾ ਵੀ ਸਿਆਸਤ ਹੈ ਜਿਹੜੀ ਨਾ, ਕਈ ਵਾਰੀ ਕਾਨੂੰਨ ਕੀ ਕਹਿੰਦਾ ਉਹ ਇੱਕ ਵੱਖਰੀ ਗੱਲ ਹੈ, ਪਰ ਨੈਤਿਕਤਾ ਸਿਆਸਤ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਨੈਤਿਕ ਤੌਰ ਤੇ ਇਹ ਮੰਤਰੀ ਜੀ ਨੂੰ ਕੋਈ ਇਸ ਤਰ੍ਹਾਂ ਦਾ ਹੱਕ ਨਹੀਂ ਹੈਗਾ ਕਿ ਉਹ ਬੈਠੇ ਰਹਿਣ। ਔਰ ਦੂਸਰਾ, ਜਿਸ ਕਿਸਮ ਨਾਲ ਯੂਪੀ ਦੀ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਇਸ ਮਸਲੇ ਦੇ ਵਿੱਚ ਹੜਕੰਪ ਮਚਿਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਭਜਨਠ ਕੀਤੀ ਔਰ ਨੈਤਿਕਤਾ ਤੋਂ ਬਹੁਤ ਬੇਸ਼ਰਮੀ ਨਾਲ ਮੂੰਹ ਮੋੜਿਆ। ਮੈਂ ਤਾਂ ਇਹ ਸ਼ਬਦ ਕਹੂੰਗਾ ਕਿ ਉਸ ਤਰੀਕੇ ਨਾਲ ਹੁਣ ਸਾਰਾ ਕੁਝ ਸਾਫ਼ ਹੋਣ ਤੇ, ਸਾਫ਼ ਦਿਖਾਈ ਦੇਣ ਤੇ, ਮਾਨਯੋਗ ਜਿਹੜੀ ਸਾਡੀ ਸੁਪਰੀਮ ਕੋਰਟ ਦੀ ਅਗਵਾਈ ਵਿੱਚ ਅਪੁਆਇੰਟਡ ਜਿਹੜਾ ਜੱਜ ਸੀ, ਉਹਦੀ ਨਿਗਰਾਨੀ ਦੇ ਤਹਿਤ ਇਹ ਸੱਚ ਸਾਹਮਣੇ ਆਇਆ। ਹਰ ਵਿਅਕਤੀ ਨੂੰ ਹੁਣ ਇਹ ਲੱਗਦਾ ਹੈ ਕਿ ਜੇਕਰ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਦਖਲ ਨਾ ਦਿੰਦੀ ਤਾਂ ਇਸ ਦੇ ਵਿੱਚ ਬਿਲਕੁਲ ਵੀ ਸੱਚ ਸਾਹਮਣੇ ਨਹੀਂ ਸੀ ਆਉਣ ਦੇਣਾ। ਇਹ ਸਰਕਾਰਾਂ ਨੇ ਇਹ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਅਗਵਾਈ ਦੇ ਵਿੱਚ ਜਿਸ ਕਿਸਮ ਨਾਲ ਉਹਨਾਂ ਨੇ ਮੋਨੀਟਰ ਕਰਵਾਇਆ, ਉਸ ਕਿਸਮ ਨਾਲ ਇਹ ਬਾਹਰੋਂ ਆਫੀਸਰ ਲੈ ਕੇ, ਕ੍ਰੈਡੀਬਲ ਆਫੀਸਰ ਲੈ ਕੇ ਉਹਨਾਂ ਨੇ ਜਾਂਚ ਕੀਤੀ ਹੈ ਔਰ ਉਹਨਾਂ ਨੇ ਜਾਂਚ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਘੱਟੋ ਘੱਟ ਇਹ ਜ਼ਰੂਰ ਹੈ ਕਿ ਜਿੰਨਾ ਚਿਰ ਇਸ ਕੇਸ ਦਾ ਫੈਸਲਾ ਨਹੀਂ ਆਉਂਦਾ, ਓਨੀ ਦੇਰ ਇਹ ਮੰਤਰੀ ਨੂੰ ਅੱਗੇ ਹੋਰ ਮਾੜੀ ਗੱਲ ਹੈ ਕਿ ਇਹਨਾਂ ਨੂੰ ਗ੍ਰਹਿ ਵਿਭਾਗ ਦਿੱਤਾ ਹੋਇਆ ਹੈ ਜੀ। ਉਹ ਜਿਹੜਾ ਗ੍ਰਹਿ ਵਿਭਾਗ ਹੈ ਉਹ ਸਿੱਧਾ ਪੁਲਿਸ ਨਾਲ ਤੇ ਨਿਆਂ ਪ੍ਰਬੰਧ ਨਾਲ ਸੰਬੰਧਿਤ ਹੈ। ਲਾ ਐਂਡ ਆਰਡਰ ਨਾਲ ਜੇ ਉਹ ਸੰਬੰਧਿਤ ਹੈ, ਉਹ ਕਿਵੇਂ ਚੱਲੇਗਾ? ਮਤਲਬ ਇੱਥੇ ਹਰ ਇੱਕ ਆਮ ਵਿਅਕਤੀ ਨੂੰ, ਸਧਾਰਨ ਤੋਂ ਸਧਾਰਨ ਵਿਅਕਤੀ ਨੂੰ ਇਹ ਸ਼ੰਕਾ ਹੈ ਕਿ ਸਬੂਤਾਂ ਨਾਲ ਖੇਡ ਕੇ, ਨਿਯਮਾਂ ਨਾਲ ਖੇਡ ਕੇ, ਆਪ ਦੇ ਪ੍ਰਭਾਵ ਨਾਲ ਗਵਾਹਾਂ ਨੂੰ ਪ੍ਰਭਾਵਿਤ ਕਰਕੇ
ਇਹ ਕਿਸੇ ਨਾ ਕਿਸੇ ਤਰ੍ਹਾਂ ਜਾਂਚ ਨੂੰ ਵਿਚਲਿਤ ਕਰ ਸਕਦੇ ਨੇ। ਚੰਗਾ ਹੋਵੇ ਕਿ ਮਾਨਯੋਗ ਮੰਤਰੀ ਨੇ ਜਿਹੜੇ ਉਹ ਆਪਣੇ ਆਪ ਇੱਕ ਅੱਧੇ ਦਿਨ 'ਚ ਇਹਦਾ ਸੰਗਿਆਨ ਲੈ ਕੇ ਇਹਦਾ ਧਿਆਨ ਕਰਕੇ ਅਸਤੀਫਾ ਦੇਣ। ਔਰ ਜੇ ਨਹੀਂ ਦਿੰਦੇ, ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ, ਐਵੇਂ ਪ੍ਰਧਾਨ ਮੰਤਰੀ ਨੂੰ ਮਤਲਬ ਜਿਸ ਕਿਸਮ ਨਾਲ ਫਿਰ ਉਹ ਕਹਿੰਦੇ ਨਹੀਂ ਮੈਂ ਗੰਗਾ ਪੁੱਤਰ ਹਾਂ, ਗੰਗਾ ਪੁੱਤਰ ਤਾਂ ਉਹਨੂੰ ਕਹਿੰਦੇ ਨੇ ਜਿਹੜਾ ਸੱਚ ਨਾਲ ਖੜਦਾ ਹੈ, ਐ ਗੰਗਾ ਪੁੱਤਰ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਉਹ ਵਾਕਈ ਦਿਖਾਉਣ ਕਿ ਗੰਗਾ ਪੁੱਤਰ ਦੀ ਪਰਿਭਾਸ਼ਾ ਕੀ ਹੈ। ਜੇਕਰ ਤਾਂ ਉਹ ਕਰਦੇ ਨੇ ਤਾਂ ਅੱਛੀ ਗੱਲ ਹੈ, ਜੇ ਨਹੀਂ ਕਰਦੇ ਤਾਂ ਉਸ ਦੇ ਨਾਲ ਉਹਨਾਂ ਦੇ ਵਕਾਰ ਨੂੰ ਵੱਡੀ ਸੱਟ ਲੱਗੂਗੀ। ਸਰਕਾਰ ਦੇ ਵਕਾਰ ਨੂੰ ਤਾਂ ਸੱਟ ਲੱਗੀ ਪਈ ਹੈ। ਮੈਂ ਕਹਿੰਦਾ ਜਾਤੀ ਤੌਰ ਤੇ ਮਾਫ ਕਰਨਾ, ਜਿਵੇਂ ਆਪਾਂ ਪਹਿਲਾਂ ਕਿਸੇ ਜ਼ਮਾਨੇ 'ਚ ਕਹਿੰਦੇ ਸੀ ਨਾ ਕਿ ਕਾਂਗਰਸ 'ਚ ਬਹੁਤ ਲੋਕ ਕਰਪਟ ਨੇ, ਪਰ ਮਨਮੋਹਨ ਸਿੰਘ ਕਰਪਟ ਨਹੀਂ ਹੈਗਾ। ਉਹ ਪ੍ਰਧਾਨ ਮੰਤਰੀ ਦਾ ਇੱਕ ਆਪਣਾ ਵਕਾਰ ਸੀ। ਮੈਨੂੰ ਇਹ ਲੱਗਦਾ ਹੁੰਦਾ ਕਿ ਪਾਰਟੀਆਂ ਪੂਟੀਆਂ ਦੇ ਵਕਾਰ ਕਈ ਵਾਰੀ ਡਕਡੋਲਾ ਖਾ ਜਾਂਦੇ ਨੇ, ਪਰ ਜਿਹੜਾ ਐਡੇ ਵੱਡੇ ਅਹੁਦੇ ਤੇ ਬੰਦਾ ਬੈਠਾ ਹੈ ਉਹਨੂੰ ਆਪਦੇ ਵਕਾਰ ਬਾਰੇ ਜ਼ਰੂਰ ਸੋਚਣਾ ਚਾਹੀਦਾ, ਉਹ ਬਚਾ ਕੇ ਰੱਖਣਾ ਚਾਹੀਦਾ। ਇਸ ਨਾਲ ਹੋਰ ਗੈਰ ਵਿਸ਼ਵਾਸੀ ਹੋਏਗੀ ਲੋਕਾਂ ਦੇ ਵਿੱਚ ਜੇਕਰ ਪ੍ਰਧਾਨ ਮੰਤਰੀ ਇਹ ਨਹੀਂ ਕਰਦਾ। ਧਾਲੀਵਾਲ ਸਾਹਿਬ, ਪੰਜਾਬ ਦੀ ਸਿਆਸਤ ਵੱਲ ਮੁੜਦੇ ਹਾਂ। ਇੱਕ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸੀ, ਬੀਜੇਪੀ ਦੀ ਵੀ ਰੈਲੀ ਸੀ। ਕਿਵੇਂ ਲੱਗਦਾ ਕਿ ਤਾਲਮੇਲ ਜਾਂ ਕਿਵੇਂ ਬੈਠੂਗਾ? ਕਾਂਗਰਸ ਆਪਣੇ ਪੱਧਰ ਤੇ ਸਰਗਰਮ ਹੈ। ਦੇਖੋ, ਇਲੈਕਸ਼ਨਾਂ ਦੇ ਦਿਨ ਨੇ, ਉਹਦੇ ਵਿੱਚ ਇਕੱਲੀ ਕਾਂਗਰਸ ਕੀ, ਹਰ ਪਾਰਟੀ ਨੂੰ ਅਧਿਕਾਰ ਹੈ, ਹਰ ਇੱਕ ਨੇ ਸਰਗਰਮ ਹੋਣਾ ਹੁੰਦਾ ਹੈ, ਹੋਣਾ ਚਾਹੀਦਾ ਹੈ। ਇਲੈਕਸ਼ਨਾਂ ਦਾ ਜਿਹੜਾ ਤਿਉਹਾਰ ਹੈ, ਮੈਨੂੰ ਤਿਉਹਾਰ ਹੀ ਕਹੂੰਗਾ, ਇਹਦੇ ਵਿੱਚ ਸਭ ਨੇ ਮਨਾਉਣਾ ਹੁੰਦਾ ਹੈ। ਅੱਛਾ, ਇਸ ਕਰਕੇ ਸਰਗਰਮੀ ਦੀ ਗੱਲ ਹੈ ਜਿਹੜੀ, ਉਹ ਤੁਹਾਡੀ ਸਹੀ ਹੈ ਕਿ ਸਾਰੇ ਸਰਗਰਮ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਕਿਤੇ ਜ਼ਿਆਦਾ ਹੋਰ ਸਰਗਰਮ ਹੋਣਗੇ। ਜੇਕਰ ਤੁਸੀਂ ਇਹ ਕਹੋ ਕਿ ਅਕਾਲੀ ਦਲ ਜਿਵੇਂ ਸਰਗਰਮ ਹੋਇਆ ਔਰ ਉਹਨਾਂ ਨੇ ਵੱਡੀ ਰੈਲੀ ਕੀਤੀ ਹੈ, ਉਹ ਰੈਲੀ ਦੇ ਵਿੱਚ ਸੁਣਨ 'ਚ ਆਇਆ ਕਿ ਗੁਜ਼ਾਰੇ ਜੋਗੀ ਇਕੱਠ ਵੀ ਹੋਇਆ। ਮਤਲਬ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਜਿਵੇਂ ਇਕੱਠ ਕਿਸਾਨਾਂ ਦੀ ਮਹਾਪੰਚਾਇਤ 'ਚ ਹੁੰਦਾ ਵੀ ਇੰਨਾ ਵੱਡਾ ਇਕੱਠ ਤਾਂ ਨਹੀਂ ਹੋਇਆ, ਪਰ ਫਿਰ ਵੀ ਇਕੱਠ ਹੋਇਆ ਉੱਥੇ, ਰਿਸਪੈਕਟੇਬਲ ਇਕੱਠ ਕਹਿ ਸਕਦੇ ਹੋ ਤੁਸੀਂ। ਪਰੰਤੂ ਉੱਥੇ ਕਈ ਸਾਰੇ ਮਤਭੇਦ ਆਏ ਨੇ। ਇੱਕ ਉਹਦੇ ਵਿੱਚ ਦਿਖਾਈ ਦਿੱਤਾ ਹੈ ਪਿਛਲੇ ਸਮੇਂ ਦੇ ਵਿੱਚ, ਇਹ ਘੱਟ ਹੀ ਦਿਖਾਈ ਦਿੱਤਾ ਪਹਿਲਾਂ। ਇੱਕ ਤਾਂ ਉਹਦੇ ਅਰਥ ਇਹ ਕੱਢੇ ਜਾ ਰਹੇ ਨੇ ਕਿ ਅਕਾਲੀ ਦਲ ਅੰਦਰੋਂ ਡਰਿਆ ਹੋਇਆ ਹੈ। ਉਹ ਡਰਨ ਦਾ ਜਿਹੜਾ ਸਿੱਧਾ ਸਬੂਤ ਹੈ ਉਹ ਇਹ ਹੈ ਕਿ ਭਾਵੇਂ ਉਹਨਾਂ ਨੇ ਇਹ ਕਿਹਾ ਕਿ ਇਹ ਅਕਾਲੀ ਦਲ ਦੀ ਅਸੀਂ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਤੇ ਸਿਰਫ ਉਹ 100ਵੀਂ ਵਰ੍ਹੇਗੰਢ 'ਚ ਸਿਰਫ ਤੇ ਸਿਰਫ ਇਕੱਲੇ ਵੱਡੇ ਲੀਡਰਾਂ 'ਚੋਂ, ਪੁਰਾਣੇ ਲੀਡਰਾਂ 'ਚੋਂ ਬਾਦਲ ਸਾਹਿਬ ਹੀ ਦਿਖਾਈ ਦਿੱਤੇ। ਚੰਗਾ ਹੁੰਦਾ ਜੇ ਇਹ ਉਹਦੀ 100ਵੀਂ ਵਰ੍ਹੇਗੰਢ ਸੀ, ਭਾਵੇਂ ਉਹ ਪਾਰਟੀ ਨਾਲ ਸਹਿਮਤ ਸੀ ਜਾਂ ਨਹੀਂ ਸਹਿਮਤ ਸੀ, ਕਿਉਂਕਿ ਉਹ ਕਦੇ ਅਕਾਲੀ ਦਲ 'ਚ ਰਹੇ ਹੁੰਦੇ। ਇਹੋ ਜਿਹੇ ਲੋਕ ਸੀ ਜਾਂ ਤਾਂ ਮਤਲਬ ਇਹਨੂੰ ਸਾਂਝੇ ਤੌਰ ਤੇ ਮਨਾਉਣ ਦਾ ਯਤਨ ਕਰਦੇ ਕਿ ਕਿਸੇ ਸਮੇਂ ਬਹੁਤ ਸਾਰੇ ਪੰਜਾਬ 'ਚ ਇੱਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਉਹ ਤਲਵੰਡੀ ਪਰਿਵਾਰ ਵੀ ਹੋ ਸਕਦਾ ਹੈ, ਉਹ ਤੁੜ ਸਾਹਿਬ ਦਾ ਪਰਿਵਾਰ ਵੀ ਹੋ ਸਕਦਾ ਹੈ, ਉਹ ਲੌਂਗੋਵਾਲ ਸਾਹਿਬ ਦਾ ਪਰਿਵਾਰ ਜਾਂ ਉਹਦੇ ਕੋਈ ਜਾਨਸ਼ੀਨ ਵੀ ਹੋ ਸਕਦੇ ਨੇ, ਉਹ SGPC ਦੇ ਟੌੜਾ ਸਾਹਿਬ ਦੇ ਪਰਿਵਾਰ ਵੀ ਹੋ ਸਕਦੇ ਨੇ। ਸੋ ਐਡੇ ਵੱਡੇ ਪਰਿਵਾਰ ਨੇ ਜਿਹੜੇ ਪਹਿਲਾਂ ਬੈਠੇ ਨੇ, ਉਹਨਾਂ ਦਾ ਕਿਤੇ ਬਰਨਾਲਾ ਸਾਹਿਬ ਦਾ ਪਰਿਵਾਰ ਹੋ ਸਕਦਾ ਹੈ, ਉਹਨਾਂ ਦਾ ਕੋਈ ਨੌ ਥੋ, ਕੋਈ ਉਹਨਾਂ ਦਾ ਸਨਮਾਨ। ਜੇਕਰ ਇਹ ਵਾਕਈ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਸੀ ਤਾਂ ਫਿਰ ਕਿਤੇ ਨਾ ਉਹਨਾਂ ਦਾ ਜ਼ਿਕਰ ਹੋਣਾ ਚਾਹੀਦਾ ਸੀ। ਪਰੰਤੂ ਇਹ ਉਹਦੀ 100ਵੀਂ ਵਰ੍ਹੇਗੰਢ ਨਾ ਹੋ ਕੇ ਕੱਲੀ ਬਾਦਲ ਅਕਾਲੀ ਦਲ ਦੀ ਚੋਣ ਸਰਗਰਮੀ ਜ਼ਿਆਦਾ ਦਿਖਾਈ ਦੇ ਰਹੀ ਸੀ। ਅਕਾਲੀ ਦਲ ਦੀ ਵਰ੍ਹੇਗੰਢ ਵਾਲੀ ਕੋਈ ਗੱਲ ਨਹੀਂ ਸੀ। ਬਟ ਫਿਰ ਵੀ ਇਹਦਾ ਦੂਸਰਾ ਪੱਖ ਇਹ ਉਭਾਰਿਆ ਜਾਂਦਾ ਹੈ ਕਿ ਜਿਵੇਂ ਆਪਾਂ ਪੰਜਾਬੀ 'ਚ ਇਹ ਗੱਲ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਪੂਰਾ ਮੋਰਚਾ ਭਖ ਗਿਆ ਤੇ ਛੋਟੇ ਭਲਵਾਨ ਸਾਰੇ ਖੜ ਗਏ ਆਪਦਾ ਜ਼ੋਰ ਲਾ ਕੇ, ਫਿਰ ਆਪਾਂ ਕਹਿੰਦੇ ਆ ਵੀ ਹੁਣ ਤਾਂ ਸਭ ਤੋਂ ਵੱਡਾ ਬਿੰਡੀ ਵਾਲਾ ਭਲਵਾਨ ਵੀ ਲਾਤਾ। ਤਾਂ ਇਸ ਦਾਅ 'ਚ ਮਤਲਬ 3-4 ਜਣਿਆਂ ਨੇ ਉਹਨਾਂ ਨੂੰ ਖੜਾ ਕਰਕੇ ਬਾਦਲ ਸਾਹਿਬ ਨੂੰ ਵੀ ਇਹਨਾਂ ਨੇ ਦਾਅ ਤੇ ਲਾ ਕੇ ਦੇਖਿਆ। ਤੇ ਦਾਅ ਤੇ ਲਾ ਕੇ ਇਹ ਦੇਖਿਆ, ਮੈਂ ਖੁਦ ਦੇਖ ਰਿਹਾ ਸੀ ਉਹ ਲਾਈਵ, ਤੇ ਜਿਉਂ ਹੀ ਬਾਦਲ ਸਾਹਿਬ ਬੋਲਣੇ ਸ਼ੁਰੂ ਹੋਏ, ਉੱਥੋਂ ਦੇ ਜਿਹੜੇ ਮੰਚ ਸੰਚਾਲਕ ਸੀ, ਸਟੇਜ ਸੈਕਟਰੀ ਸੀ, ਉਹਨਾਂ ਨੂੰ ਬੇਨਤੀ ਕਰਨੀ ਪਈ ਕਿ ਬਾਦਲ ਸਾਹਿਬ ਨੂੰ ਸੁਣ ਕੇ ਜਾਇਓ, ਹੁਣ ਕੋਈ ਜਾਇਓ ਨਾ। ਮੈਨੂੰ ਉਸ ਗੱਲ ਤੇ ਬਹੁਤ ਹੀ ਅਜੀਬ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਇਹ ਵਕਤ ਵੀ ਆਉਣਾ ਸੀ ਕਿ ਬਾਦਲ ਸਾਹਿਬ ਵਰਗਿਆਂ ਦੇ ਬੋਲਣ ਵੇਲੇ ਇਹ ਕਹਿਣਾ ਪੈਣਾ ਸੀ ਕਿ ਇਹਨਾਂ ਨੂੰ ਸੁਣ ਕੇ ਜਾਇਓ। ਹੈ ਸੋ ਮੈਨੂੰ ਇਹ ਲੱਗਦਾ ਹੁੰਦਾ ਸੀ, ਮੈਂ ਬੜੀਆਂ ਵੱਡੀਆਂ ਰੈਲੀਆਂ ਦੇਖੀਆਂ ਨੇ,
ਲੋਕ ਤੇ ਬਾਦਲ ਸਾਹਿਬ ਨੂੰ, ਟੌੜਾ ਸਾਹਿਬ ਨੂੰ ਸੁਣ ਲਈ ਹੀ ਬੈਠੇ ਹੁੰਦੇ ਸੀ। ਸਗੋਂ ਐ ਹੁੰਦਾ ਸੀ ਵੀ ਇਹ ਪਹਿਲਾਂ ਵਾਲੇ ਕਿਉਂ ਨਹੀਂ ਆਪਦੇ ਭਾਸ਼ਣ ਖਤਮ ਕਰਦੇ, ਅਸੀਂ ਤਾਂ ਉਹਨਾਂ ਨੂੰ ਸੁਣਨਾ ਆ। ਬਿਲਕੁਲ। ਸੋ ਸਥਿਤੀ ਬਦਲੀ ਹੈ। ਇਸ ਕਰਕੇ ਮੈਨੂੰ ਇਹ ਲੱਗਿਆ ਕਿ ਉਸ ਦੇ ਵਿੱਚ ਅਕਾਲੀ ਦਲ ਨੇ ਆਪਣਾ ਇਹ ਦਿਖਾ ਦਿੱਤਾ ਹੈ ਕਿ ਬਈ ਅਸੀਂ ਹੁਣ ਆਪਣਾ ਸਾਰਾ ਕੁਝ ਦਾਅ ਤੇ ਲਾਤਾ, ਇਦੋਂ ਪਿੱਛੇ ਸਾਡੇ ਕੋਲੇ ਹੁਣ ਦਾਅ ਤੇ ਲਾਉਣ ਨੂੰ ਕੁਝ ਨਹੀਂ ਬਚਿਆ, ਹੋਰ ਕੋਈ ਤਾਕਤ ਨਹੀਂ ਬਚੀ। ਉਹਦੇ ਵਿੱਚੋਂ ਇਹ ਝਲਕਦਾ ਹੈ ਕਿ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਅੰਦਰੋਂ ਖਤਰਾ ਤਾਂ ਪੈਦਾ ਹੋਇਆ ਹੈ। ਤੇ ਉਸ ਖਤਰੇ ਦੇ ਵਿੱਚ ਦੂਸਰੀ ਗੱਲ ਇਹ ਹੋਈ ਹੈ, ਮੈਂ ਪਹਿਲਾਂ ਵੀ ਬਾਦਲ ਸਾਹਿਬ ਨੂੰ ਦੇਖਦਾ ਰਿਹਾ, ਜਿੱਥੇ ਉਹਨਾਂ ਨੇ ਹੋਰ ਵੱਡੇ ਲੀਡਰਾਂ ਦਾ ਨਾਂ ਨਹੀਂ ਲਿਆ, ਸੁਖਬੀਰ ਦੀ ਵੀ ਬਹੁਤ ਜ਼ਿਆਦਾ ਪ੍ਰਸ਼ੰਸਾ ਉਹਨਾਂ ਨੇ ਨਹੀਂ ਕੀਤੀ। ਉਹਦਾ ਨਾਂ ਜ਼ਰੂਰ ਲਿਆ ਪਰ ਬਹੁਤ ਜ਼ਿਆਦਾ ਪ੍ਰਸ਼ੰਸਾ ਉਹਨਾਂ ਨੇ ਨਹੀਂ ਕੀਤੀ। ਮੈਨੂੰ ਇਹ ਲੱਗਦਾ ਹੈ ਕਿ ਬਾਦਲ ਸਾਹਿਬ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਸ਼ਾਇਦ ਲੋਕ ਉਸ ਦੀ ਬਹੁਤ ਸਾਰੀ ਪ੍ਰਸ਼ੰਸਾ ਸੁਣ ਕੇ ਖੁਸ਼ ਨਹੀਂ ਹੈਗੇ, ਵੀ ਕਿਤੇ ਉੱਠ ਨਾ ਜਾਣ। ਮੈਂ ਇਹਨੂੰ ਏਦਾਂ ਸਮਝਦਾ, ਬਾਕੀ ਪਤਾ ਨਹੀਂ ਉਹਨਾਂ ਨੇ ਕੀ ਸੋਚਿਆ ਹੋਏਗਾ, ਉਹ ਉਹਨਾਂ ਦਾ ਪੱਖ ਹੋ ਸਕਦਾ ਹੈ। ਸੋ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ, ਅਕਾਲੀ ਦਲ ਸਰਗਰਮ ਤਾਂ ਹੋਇਆ ਹੈ। ਅਕਾਲੀ ਦਲ ਨੇ ਟਿਕਟਾਂ ਸਾਰੀਆਂ ਵੰਡਤੀਆਂ। ਉਹ ਟਿਕਟਾਂ ਵੰਡਣ ਦੇ ਬਾਅਦ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਧੜਾ ਹੈ ਜਿਹੜਾ ਜੀ, ਬਹੁਤ ਸਾਰੇ ਲੋਕ ਉਹਨਾਂ ਤੋਂ ਨਾਰਾਜ਼ ਨੇ ਔਰ ਵੱਡੇ ਵੱਡੇ ਲੋਕ ਛੱਡ ਕੇ ਵੀ ਗਏ ਨੇ। ਚਰਨਜੀਤ ਸਿੰਘ ਟਵਾਲ ਦਾ ਨਾਮ ਬਹੁਤ ਵੱਡਾ ਹੈ, ਹਿੰਦੁਸਤਾਨ ਦਾ ਡਿਪਟੀ ਸਪੀਕਰ ਰਿਹਾ ਹੈ, ਪੰਜਾਬ ਵਿਧਾਨ ਸਭਾ ਦਾ ਸਪੀਕਰ ਰਿਹਾ ਹੈ, ਤੇ ਉਹਦਾ ਨਾਮ ਵੱਡਾ ਹੈ। ਉਹ ਇਹਨਾਂ ਨੂੰ ਛੱਡ ਕੇ ਚਲੇ ਗਏ। ਤੇ ਇਸ ਤਰ੍ਹਾਂ ਕੁਝ ਹੋਰ ਲੋਕ ਵੀ ਨੇ ਬਿਲਕੁਲ, ਜਿਹੜੇ ਦਿਖਾਈ ਦੇ ਰਹੇ ਨੇ ਕਿ ਛੱਡ ਕੇ ਜਾ ਰਹੇ ਨੇ। ਜਦੋਂ ਕਿ ਅਕਾਲੀ ਦਲ ਨੇ ਬੀਜੇਪੀ ਤੇ ਇੱਕ ਵਾਰ ਕੀਤਾ ਸੀ ਕਿ ਉਹਨਾਂ ਦੇ ਇੱਕ ਵੱਡੇ ਨੇਤਾ ਜੋਸ਼ੀ ਜੀ ਨੂੰ ਆਪਣੇ ਵੱਲ ਖਿੱਚ ਲਿਆਂਦਾ ਸੀ, ਤੇ ਉਦੋਂ ਬਾਅਦ ਮੈਨੂੰ ਇਹ ਲੱਗਦਾ ਹੈ ਜਿਹੜੀ ਬੀਜੇਪੀ ਹੈ ਉਹ ਜ਼ਖਮੀ ਸੱਪ ਵਾਂਗ ਹੁਣ ਵੱਡਾ ਹਮਲਾ ਅਕਾਲੀ ਦਲ ਤੇ ਕਰ ਰਹੀ ਹੈ ਜੀ। ਔਰ ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਲੜਾਈ ਦੇ ਵਿੱਚ ਬੀਜੇਪੀ ਨੂੰ, ਦੇਖੋ ਕਾਂਗਰਸ ਤਾਂ ਉਹਨਾਂ ਦੀ ਸਿੱਧੀ ਵਿਰੋਧੀ ਪਾਰਟੀ ਆ, ਕਾਂਗਰਸ ਨਾਲ ਤਾਂ ਉਹਨਾਂ ਦੀ ਲੜਾਈ ਰਹਿਣੀ ਹੈ, ਪਰੰਤੂ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਦਾ ਜਿਹੜਾ ਪਹਿਲਾ ਆਬਜੈਕਟਿਵ ਹੈ, ਪਹਿਲਾ ਮੰਤਵ ਹੈ, ਉਹ ਇਹ ਰਹੂਗਾ ਕਿ ਅਕਾਲੀ ਦਲ ਨੂੰ ਇੰਨਾ ਛੋਟਾ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਕਿਤੇ ਦੁਬਾਰੇ ਬੀਜੇਪੀ ਤੇ ਅਕਾਲੀ ਦਲ ਦਾ ਕਦੇ ਗਠਬੰਧਨ ਹੋਵੇ ਤਾਂ ਉਹ 50-50 ਤੇ ਹੋ ਕੇ ਹੋਵੇ। ਪਹਿਲਾਂ ਉਹ 75-25 ਤੋਂ ਵੀ ਥੱਲੇ ਸੀ, 23 ਸੀਟਾਂ ਦਿੰਦੇ ਹੁੰਦੇ ਸੀ। ਸੋ ਇਸ ਕਰਕੇ ਜਾਂ ਤੁਸੀਂ ਇਹ ਕਹ ਲਓ ਵੀ 80-20% ਸੀ। ਬੀਜੇਪੀ ਦਾ ਇਹ ਜ਼ੋਰ ਬਹੁਤ ਲੱਗਿਆ ਹੋਇਆ ਕਿ ਇਸ ਵਾਰ ਅਕਾਲੀ ਦਲ ਨੂੰ ਇਸ ਤਰ੍ਹਾਂ ਹਰਾਇਆ ਜਾਵੇ ਕਿ ਉਹਨਾਂ ਦੇ ਵਿਅਕਤੀ ਹਾਇਰ ਕਰਕੇ, ਕਿਉਂਕਿ ਬੀਜੇਪੀ ਕੋਲ, ਮੈਂ ਸਿੱਧੇ ਰੂਪ 'ਚ ਕਹਿਣ 'ਚ ਮੈਨੂੰ ਸੰਕੋਚ ਨਹੀਂ ਕਿ ਰੂਰਲ ਏਰੀਆ ਦੇ ਵਿੱਚ ਬੀਜੇਪੀ ਕੋਲ ਇਹੋ ਜਿਹੇ ਲੋਕ ਨਹੀਂ ਹੈਗੇ ਜਿਹੜੇ ਵੋਟ ਕੈਚ ਕਰ ਸਕਦੇ ਹੋਣ, ਜਿਹੜੇ ਸਨਮਾਨਯੋਗ ਵੋਟ ਲੈ ਕੇ ਜਾਣ। ਬੀਜੇਪੀ ਦਾ ਕਾਡਰ ਹੈਗਾ ਨੋ ਡਾਊਟ, ਪਰੰਤੂ ਉਹਨਾਂ ਦੇ ਸਿਰ ਤੇ ਉਹ ਨਹੀਂ ਲੈਣੀ ਚਾਹੁੰਦੀ। ਤੇ ਬੀਜੇਪੀ ਚਾਹੁੰਦੀ ਹੈ ਕਿ ਰੂਰਲ ਏਰੀਏ ਦੇ ਵਿੱਚ ਉਹ ਲੋਕਾਂ ਨੂੰ ਇਲੈਕਸ਼ਨ ਵਿੱਚ ਖੜਾ ਕੀਤਾ ਜਾਵੇ ਜਿਹੜੇ ਲੋਕੀ ਇੱਕਦਮ ਇਹੀ ਜਿਹੀ ਪੋਜੀਸ਼ਨ 'ਚ ਹੋਣ ਕਿ ਉਹ ਆਪਣਾ ਜਿਹੜਾ ਅਸਰ ਰਸੂਖ ਹਲਕੇ ਵਿੱਚ ਰੱਖਦੇ ਹੋਣ। ਉਹਦੇ ਵਿੱਚ ਅਕਾਲੀਆਂ ਦੇ ਬਾਗੀ ਹੋ ਸਕਦੇ ਨੇ, ਉਹਦੇ ਵਿੱਚ ਕਾਂਗਰਸ ਦੇ ਬਾਗੀ ਹੋ ਸਕਦੇ ਨੇ, ਦੋਨਾਂ ਨੂੰ ਇਕੱਠੇ ਕੀਤੇ ਜਾ ਸਕਦਾ ਹੈ। ਉਹਦੇ ਵਿੱਚ ਆਪ ਦੇ ਬਾਗੀ ਵੀ ਹੋ ਸਕਦੇ ਨੇ, ਕਿਉਂਕਿ ਬੀਜੇਪੀ ਕੋਲ ਹਲੇ ਸਕੋਪ ਹੈ। ਬਾਕੀ ਸਾਰੀਆਂ ਪਾਰਟੀਆਂ ਨੇ ਲਗਭਗ ਡਿਸਾਈਡਡ ਹੈ ਕਿ ਉਹਨਾਂ ਦੇ ਕੈਂਡੀਡੇਟ ਕੌਣ ਹੋਣਗੇ। ਜਿੱਥੇ ਕਿਤੇ ਕਾਂਗਰਸ ਦੇ ਡਿਸਾਈਡਡ ਨਹੀਂ, ਉੱਥੇ ਮੁਕਾਬਲਾ 2 ਬੰਦਿਆਂ ਦੇ ਵਿੱਚ ਹੈ। ਬਾਕੀ ਸਾਰੀਆਂ ਪਾਰਟੀਆਂ ਨੇ ਆਪਣੇ ਲਗਭਗ ਅਨਾਉਂਸ ਕਰ ਦਿੱਤੇ ਗਏ ਨੇ। ਆਮ ਆਦਮੀ ਪਾਰਟੀ ਨੇ ਆਪਣੇ ਹਲਕਾ ਇੰਚਾਰਜ ਅਨਾਉਂਸ ਕੀਤੇ ਨੇ, ਉਹਨਾਂ 'ਚੋਂ ਕਿੰਨਿਆਂ ਕੁ ਨੂੰ ਬਦਲ ਸਕਣ ਦੀ ਪੋਜੀਸ਼ਨ ਹੈ, ਕਿੰਨਿਆਂ ਕੁ ਨੂੰ ਟਿਕਟ ਦੇਣ ਦੀ ਪੋਜੀਸ਼ਨ ਉਹ ਰਹੂਗੀ। ਔਰ ਇਸ ਕਰਕੇ ਬੀਜੇਪੀ ਬਾਰ-ਬਾਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ 117 ਲੜਨੀਆਂ ਨੇ, 117 ਲੜਨੀਆਂ ਨੇ। ਔਰ ਉਹ 'ਚ ਮੈਨੂੰ ਨਹੀਂ ਪਤਾ ਵੀ ਸਰਦਾਰ ਅਮਰਿੰਦਰ ਸਿੰਘ ਨੂੰ ਕਿੰਨਾ ਕੁ ਕੁਛ ਦਿੰਦੇ ਨੇ, ਲੈਂਦੇ ਨੇ। ਉਹਨਾਂ ਦਾ ਪ੍ਰਭਾਵ ਵੀ, ਅਮਰਿੰਦਰ ਸਿੰਘ ਦਾ ਵੀ ਕੋਈ ਬਹੁਤ ਜ਼ਿਆਦਾ ਦਿਖਾਈ ਨਹੀਂ ਦੇ ਰਿਹਾ। ਔਰ ਉਹ ਇਸ ਗੱਲ ਤੇ ਵੀ ਆ ਸਕਦੇ ਨੇ ਵੀ ਅਮਰਿੰਦਰ ਸਿੰਘ ਨੂੰ 5-7 ਸੀਟਾਂ ਦੇ ਕੇ ਵੀ ਠੀਕ ਹੈ ਜੀ ਤੁਸੀਂ, ਜਾਂ ਉਹ ਇਸ ਗੱਲ ਤੇ ਆ ਸਕਦੇ ਨੇ। ਬੀਜੇਪੀ ਕੋਲ ਇੱਕ ਬੜੀ ਕਮਾਲ ਦੀ ਚਾਲ ਹੁੰਦੀ ਹੈ ਦਿੱਲੀ ਵਾਲੀ, ਮਤਲਬ ਉਹ ਐਂ ਵੀ ਕਰ ਸਕਦੇ ਨੇ ਅਮਰਿੰਦਰ ਸਿੰਘ ਜੀ ਨਾਲ ਵੀ ਜੀ ਜਿਹੜੇ ਤੁਹਾਡੇ ਬੰਦੇ ਨੇ, ਤੁਹਾਡੀ ਪਾਰਟੀ ਨੂੰ ਟਿਕਟਾਂ ਅਸੀਂ 5-7 ਹੀ ਦੇਵਾਂਗੇ, ਪਰ ਜੇ ਤੁਹਾਡੇ ਕੋਈ ਬੰਦੇ ਰਿਸਪੈਕਟੇਬਲ ਵੋਟ ਲਿਜਾਣ ਵਾਲੇ ਨੇ, ਉਹ ਸਾਡੀ ਸੀਟ ਤੇ, ਸਾਡੀ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਲੈਣ। ਇਦਾਂ ਦੀ ਗੱਲ ਵੀ ਹੋ ਸਕਦੀ ਹੈ, ਬਿਲਕੁਲ। ਸੋ ਇਸ ਤਰ੍ਹਾਂ ਦਾ ਲੱਗ ਰਿਹਾ ਜੀ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਸਾਡੇ ਨਾਲ ਬਣੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਗੱਲ ਕਿਸਾਨਾਂ ਤੋਂ ਸ਼ੁਰੂ ਕੀਤੀ, ਪੰਜਾਬ ਦੀ ਸਿਆਸਤ ਦੇ ਵਿੱਚ ਗੱਲਬਾਤ ਕੀਤੀ। ਤੁਸੀਂ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਰੱਖਿਓ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਚੈਨਲ ਪੰਜਾਬੀ। ਧੰਨਵਾਦ।